ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿਮ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿਰਾਸਤੀ ਇਮਾਰਤ ਤੇ ਸਫਾਈ ਸੇਵਾ ਕਰਨ ਦਾ ਤੀਜਾ ਤੇ ਆਖਰੀ ਦਿਨ ਹੈ ਤੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਪਛਤਾਪ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ। ਦੱਸਦੇ ਕਿ ਸ਼੍ਰੋਮਣੀ ਕਮੇਟੀ ਦੀ ਪਬਲੀਕੇਸ਼ਨ ਵਿਭਾਗ 2016 ਚ ਅੱਗ ਲੱਗਣ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਨੁਕਸਾਨੇ ਜਾਣ ਦੇ ਚਲਦਿਆਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੂੰ 3 ਦਿਨੀ ਸਫਾਈ ਸੇਵਾ ਲਗਾਈ ਗਈ ਸੀ। ਸੋ ਤੀਜਾ ਤੇ ਆਖਰੀ ਦਿਨ ਹੈ। ਮਨਿੰਦਰ ਮੋਂਗਾ ਕੋਲ ਚਲਦਿਆਂ ਮਨਿੰਦਰ, ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਪਿਛਲੇ 2 ਦਿਨ ਤੋਂ ਵੀ ਤਸਵੀਰਾਂ ਵਿਖਾਈਆਂ, ਜੋ ਤਮਾਮ ਅੰਤਰਿਮ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹ ਪਛਤਾਪ ਵਜੋਂ ਇਹ ਸੇਵਾ ਜਿਹੜੀ ਹੈ ਨਿਭਾ ਰਹੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਕਈ ਅਜਿਹੀਆਂ ਲੋਕ ਵੀ ਨੇ ਜੋ ਕਿ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ ਉਹ ਰੋਸ ਆਪਣਾ ਜ਼ਾਹਿਰ ਕਰ ਰਹੇ ਨੇ, ਉਹਨਾਂ ਦੀ ਵੀ ਤਾੜਨਾ ਕੀਤੀ ਉਹਨਾਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਅੰਤਰਿਮ ਕਮੇਟੀ ਵੱਲੋਂ 7 ਅਕਤੂਬਰ ਤੋਂ ਆਰੰਭ ਕੀਤੀ ਗਈ ਸੇਵਾ ਲਗਾਤਾਰ ਤੀਸਰੇ ਤੇ ਅਖੀਰਲੇ ਦਿਨ ਵੀ ਜਾਰੀ ਹੈ। ਤਾਂ ਤਸਵੀਰਾਂ ਅਸੀਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਰਾਸਤੀ ਮਾਰਗ ਦੀਆਂ, ਟਾਊਨ ਹਾਲ ਤੋਂ ਸ਼ੁਰੂ ਹੋ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਜਾਣ ਵਾਲੇ ਵਿਰਾਸਤੀ ਮਾਰਗ ਦੀਆਂ, ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਸਮੇਤ ਸਮੁੱਚੀ ਅੰਤਰਿਮ ਕਮੇਟੀ ਵੱਲੋਂ ਸਫਾਈ ਦੀ ਸੇਵਾ ਜਿਹੜੀ ਹੈ, ਝਾੜੂਆਂ ਦੇ ਨਾਲ ਸਫਾਈ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ। ਤਾਂ ਇਹ ਮਾਮਲਾ 19 ਮਈ 2016 ਦਾ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਵਿੱਚ ਅੱਗ ਲੱਗਣ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੁਕਸਾਨੇ ਗਏ ਸਨ। ਤਾਂ ਉਸ ਵੇਲੇ ਦੀ ਅੰਤਰਿਮ ਕਮੇਟੀ ਵੱਲੋਂ, ਜਿਸ ਦੇ ਪ੍ਰਧਾਨ ਸਵਰਗੀ ਜਥੇਦਾਰ ਅਵਤਾਰ ਸਿੰਘ ਮੱਕੜ ਸਨ, ਉਸ ਅੰਤਰਿਮ ਕਮੇਟੀ ਵੱਲੋਂ ਨੁਕਸਾਨੇ ਗਏ ਸਰੂਪਾਂ ਦਾ ਮਰਿਆਦਾ ਅਨੁਸਾਰ ਗੋਇੰਦਵਾਲ ਸਾਹਿਬ ਵਿਖੇ ਅੰਤਿਮ ਸੰਸਕਾਰ ਤਾਂ ਕਰ ਦਿੱਤਾ ਗਿਆ ਸੀ, ਪਰ ਕੋਈ ਪਛਤਾਪ ਨਹੀਂ ਕੀਤਾ ਗਿਆ ਸੀ, ਜਿਸ ਦਾ ਸਖਤ ਨੋਟਿਸ ਲਿਆ ਗਿਆ ਸੀ। ਤਾਂ ਮੌਜੂਦਾ ਅੰਤਰਿਮ ਕਮੇਟੀ ਵੱਲੋਂ ਨੈਤਿਕਤਾ ਦੇ ਆਧਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਜੋ ਹੈ ਉਹ ਸਜ਼ਾ ਲਵਾਈ ਗਈ ਸੀ, ਸੇਵਾ ਲਵਾਈ ਗਈ ਸੀ। ਤਾਂ ਜਿਸ ਦੇ ਤਹਿਤ ਤੀਸਰੇ ਤੇ ਅਖੀਰਲੇ ਦਿਨ ਸੇਵਾ ਜਿਹੜੀ ਜਾਰੀ ਹੈ। ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਹੁਣ ਇਹ ਸੇਵਾ ਜਿਹੜੀ ਅਖੀਰਲੇ ਦਿਨ ਕੀਤੀ ਜਾ ਰਹੀ ਹੈ। ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨਾਲ ਅਸੀਂ ਗੱਲ ਕਰਾਂਗੇ। ਪ੍ਰਧਾਨ ਜੀ, ਤੀਸਰੇ ਤੇ ਅਖੀਰਲੇ ਦਿਨ ਜਿਹੜੀ ਇਹ ਸੇਵਾ ਹੈ ਉਹ ਸੰਪੰਨ ਹੋਣ ਜਾ ਰਹੀ ਹੈ, ਤਾਂ ਕੀ ਕਹਿਣਾ ਚਾਹੋਗੇ? ਸੋ ਸਤਿਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ, ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦੀ ਜੋ ਸਾਨੂੰ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੀ, ਕਿਉਂਕਿ 2016 ਦੇ ਵਿੱਚ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਏ ਸਨ ਜਾਂ ਨਕਸ਼ਾਨੇ ਗਏ ਸਨ, ਉਸ ਵਿੱਚ ਪਛਤਾਪ ਨਹੀਂ ਕੀਤਾ ਗਿਆ ਸੀ। ਸੋ ਅਸੀਂ ਸਾਡੀ ਜਿਹੜੀ ਅੰਤਰ ਕਮੇਟੀ ਹੈ, ਜਿਹਦੇ ਅਸੀਂ ਅਹੁਦੇਦਾਰ ਹਾਂ, ਆਪ ਸ਼੍ਰੀ ਅਕਾਲ ਤਖਤ ਵਿੱਚ ਸ਼ਾਮਲ ਸਨਮੁਖ ਹੋ ਕੇ ਅਸੀਂ ਬੇਨਤੀ ਕੀਤੀ ਸੀ। ਅਕਾਲ ਤਖਤ ਸਾਹਿਬ ਨੇ ਸਾਨੂੰ ਇਹ ਸੇਵਾ ਲਾਈ ਸੀ ਕਿ ਤੁਸੀਂ ਪਛਤਾਪ ਕਰਨਾ। ਸ਼੍ਰੀ ਗੁਰੂ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਕਰਵਾਇਆ ਗਿਆ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਛਤਾਪ ਦਾ ਸ਼੍ਰੀ ਅਖੰਡ ਪਾਠ ਕਰਾਇਆ, ਜੋ ਅੱਜ ਭੋਗ ਪਾਏ ਗਏ ਨੇ। ਅੱਜ ਸਾਡੀ ਤੀਜੇ ਦਿਨ ਦੀ ਸੇਵਾ ਜਿਹੜੀ ਹੈ, ਸਾਰੀ ਅੰਤਰ ਕਮੇਟੀ ਬੜੀ ਅਸੀਂ ਨਿਮਰਤਾ ਦੇ ਨਾਲ ਔਰ ਨਿਸ਼ਕਾਮ ਸੇਵਕ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਖਿਮਾ ਜਾਚਨਾ ਦੀ ਬੇਨਤੀ ਕਰਕੇ ਸਾਰੇ ਅਸੀਂ ਜੀ ਦੋਸ਼ੀਆਂ ਨੂੰ ਸਜ਼ਾ ਵੀ ਦੇ ਦਿੱਤੀ ਗਈ, ਤੁਸੀਂ ਵੀ ਸੇਵਾ ਜਿਹੜੀ ਇਹ ਲਾਈ ਗਈ ਸੀ ਉਹ ਸੰਪੰਨ ਕਰ ਲਈ ਹੈ ਔਰ ਰਿਪੋਰਟ ਵੀ ਮੰਗ ਅਨੁਸਾਰ ਜਨਤਕ ਕਰ ਦਿੱਤੀ ਗਈ। ਪਰ ਹੁਣ ਅੱਗੇ ਤੋਂ ਇਹੋ ਜਿਹੀ ਕੁਤਾਹੀ ਨਾ ਵਰਤੀ ਜਾਵੇ ਜਾਂ ਇਹੋ ਜਿਹੀ ਦੁਰਘਟਨਾ ਨਾ ਵਾਪਰੇ, ਤਾਂ ਉਸ ਦੇ ਲਈ ਕੀ ਇੰਤਜ਼ਾਮਾਤ ਕੀਤੇ ਜਾਣਗੇ ਪ੍ਰੈਸ ਦੇ ਵਿੱਚ? ਦੇਖੋ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਹ ਪਬਲੀਕੇਸ਼ਨ ਵਿਭਾਗ ਹੈ, ਜਿਹੜੀ ਪ੍ਰੈਸ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪ੍ਰੈਸ ਦੇ ਵਿੱਚ ਛਾਪੇ ਜਾਂਦੇ ਨੇ ਔਰ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖਾਸ ਤੌਰ ਤੇ ਉਹਦਾ ਧਿਆਨ ਰੱਖਣਾ। ਉਹਦੇ ਲਈ ਇੱਕ ਸਬ ਕਮੇਟੀ ਜਿਹੜੀ ਹੈ, ਸਾਡੇ ਸੱਜਣ ਜਿਹੜੇ ਧਾਰਮਿਕ ਵਿਚਾਰਾਂ ਦੇ ਸੀ, ਉਹਨਾਂ ਦੀ ਬਣਾ ਦਿੱਤੀ ਹੈ। ਉਹ ਸਮੇਂ ਪੂਰਾ ਜਿਹੜਾ ਉੱਥੋਂ ਦਾ ਮਰਿਆਦਾ ਦਾ ਵੀ ਹਰ ਤਰ੍ਹਾਂ ਦਾ ਜਿਹੜਾ ਖਿਆਲ ਜਿਹੜੀ ਪਬਲੀਕੇਸ਼ਨ ਵਿਭਾਗ ਹੈ, ਜਿੱਥੇ ਸ੍ਰੀ ਗੁਰੂ ਮਹਾਰਾਜ ਦੇ ਪਾਵਨ ਸਰੂਪ ਛਪਦੇ ਨੇ, ਉੱਥੇ ਰੱਖਿਆ ਵੀ ਕਰੇਗੀ ਔਰ ਹਰ 15-20 ਦਿਨਾਂ ਬਾਅਦ ਜਾ ਕੇ ਉੱਥੇ ਆਪ ਸਾਰੀ ਨਿਗਰਾਨੀ ਜਿਹੜੀ ਸਬ ਕਮੇਟੀ ਸਾਡੀ ਹੈ ਉਹ ਕਰਿਆ ਕਰੇਗੀ। ਅਖੀਰਲਾ ਸਵਾਲ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਵੱਲੋਂ ਖੋਲ੍ਹ ਦਿੱਤਾ ਗਿਆ। ਹੁਣ ਅਗਲੇ ਮਹੀਨੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਗੁਰਪੁਰਬ ਵੀ ਆ ਰਿਹਾ। ਤਾਂ ਮੰਗ ਕਰੋਗੇ ਭਾਰਤ ਸਰਕਾਰ ਤੋਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬੀਤੇ ਕੱਲ ਜਾ ਕੇ ਉੱਥੇ ਕਰਤਾਰਪੁਰ ਕੋਰੀਡੋਰ ਤੇ ਅਰਦਾਸ ਕੀਤੀ ਗਈ ਹੈ? ਬਿਲਕੁਲ ਜੀ, ਦੇਖੋ, ਬਹੁਤ ਸ਼ਰਧਾ ਸਤਿਕਾਰ ਹੈ ਸਮੁੱਚੀਆਂ ਸੰਗਤਾਂ 'ਚ। ਨਾਨਕ ਨਾਮ ਲੇਵਾ 'ਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਦੀ ਬਹੁਤ ਖੁਸ਼ੀ ਪਾਈ ਗਈ ਸੀ, ਲੇਕਿਨ ਕਰੋਨਾ ਵਾਇਰਸ ਕਰਕੇ ਉਹ ਲਾਂਘਾ ਬੰਦ ਹੋ ਗਿਆ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਕਿਸਤਾਨ ਨੇ ਲਾਂਘਾ ਖੋਲ੍ਹ ਦਿੱਤਾ ਹੈ, ਅਸੀਂ ਸਾਡਾ ਹੁਣ ਬਜਟ ਇਜਲਾਸ ਹੋਇਆ ਸੀ, ਉਹਦੇ ਵਿੱਚ ਵੀ ਇੱਕ ਮਤਾ ਪਾਇਆ ਸਮੁੱਚੇ ਸਾਰੇ ਸਰਬਸੰਮਤੀ ਨਾਲ ਸਰਕਾਰ ਨੂੰ ਭੇਜਿਆ, ਭਾਰਤ ਸਰਕਾਰ ਨੂੰ ਭੇਜਿਆ ਕਿ ਇਹ ਜੋ ਸ਼੍ਰੀ ਕਰਤਾਰਪੁਰ ਦਾ ਲਾਂਘਾ
ਤੁਰੰਤ ਜਿਹੜਾ ਹੁਣ ਖੁੱਲ੍ਹਣਾ ਚਾਹੀਦਾ, ਕਿਉਂਕਿ ਸਾਰੇ ਧਾਰਮਿਕ ਸਥਾਨ ਜਿਹੜੇ ਨੇ ਖੁੱਲ੍ਹ ਚੁੱਕੇ ਨੇ, ਹੋਰ ਵੀ ਸਾਰੇ ਮਾਲ ਵਗੈਰਾ ਖੁੱਲ੍ਹ ਚੁੱਕੇ ਨੇ। ਤਾਂ ਇਸ ਕਰਕੇ ਇਹਦੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਤੁਰੰਤ ਜਿਹੜਾ ਅਸੀਂ ਬੇਨਤੀ ਕਰਾਂਗੇ ਭਾਰਤ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਕਿ ਇਹ ਜਿਹੜਾ ਲੰਘ ਹੈ ਤੁਰੰਤ ਖੋਲ੍ਹਿਆ ਜਾਵੇ, ਤਾਂ ਕਿ ਸਿੱਖ ਸੰਗਤਾਂ ਖੁੱਲ੍ਹੇ ਤੌਰ ਤੇ ਜਾ ਕੇ ਉੱਥੇ ਦਰਸ਼ਨ ਕਰ ਸਕਣ। ਇਸ ਸੰਬੰਧ ਵਿੱਚ ਕੋਈ ਹੁਣ ਵਫਦ ਜਿਹੜਾ ਸ਼੍ਰੋਮਣੀ ਕਮੇਟੀ ਦਾ ਮਿਲੂਗਾ ਭਾਰਤ ਸਰਕਾਰ ਨੂੰ, ਜਾਂ ਕੋਈ ਲਿਖਤੀ ਤੌਰ ਤੇ ਮੰਗ ਕੀਤੀ ਜਾਊਗੀ? ਬਿਲਕੁਲ ਲਿਖਤੀ ਤੌਰ ਤੇ ਵੀ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਵਫਦ ਵੀ ਜਿਹੜਾ ਸਾਡਾ ਭਾਰਤ ਸਰਕਾਰ ਨੂੰ ਮਿਲੇ। ਤੋ ਰਾਧਾ, ਤਸਵੀਰਾਂ ਅਸੀਂ ਮੁੜ ਤੋਂ ਵਿਰਾਸਤੀ ਮਾਰਗ ਦੀ ਸਾਂਝੀ ਕਰ ਰਹੇ, ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਮੁੱਚੀ ਅੰਤਰਿਮ ਕਮੇਟੀ ਵੱਲੋਂ ਜੋ ਸਫਾਈ ਦੀ ਸੇਵਾ ਉਹ ਕੀਤੀ ਜਾ ਰਹੀ। ਔਰ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਹੁਣ ਭਵਿੱਖ ਵਿੱਚ ਇਹੋ ਜੀ ਦੁਰਘਟਨਾ ਨਾ ਵਾਪਰੇ, ਇਹੋ ਜੀ ਕੋਈ ਹੇਠਲੇ ਪੱਧਰ ਤੇ ਬੇਨਿਯਮੀਆਂ ਜਿਹੜੀਆਂ ਕੋਈ ਕਰਮਚਾਰੀ ਅਧਿਕਾਰੀ ਨਾ ਕਰ ਸਕੇ, ਇਸ ਦੇ ਵਿੱਚ ਇਸ ਦੇ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ, ਜੋ ਸਮੇਂ-ਸਮੇਂ ਸਿਰ ਜਾ ਕੇ ਰਿਕਾਰਡ ਜਿਹੜਾ ਉਹ ਵੀ ਚੈੱਕ ਕਰੂਗੀ ਔਰ ਹਰ ਪੱਖੋਂ ਚੌਕਸੀ ਜਿਹੜੀ ਹੈ ਉਹ ਵਰਤੀ ਜਾਊਗੀ। ਤੋਂ ਇਸ ਤੋਂ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਜਿਹੜੀ ਹੈ ਉਹ ਭਾਰਤ ਸਰਕਾਰ ਨੂੰ ਕੀਤੀ ਜਾ ਰਹੀ ਹੈ। ਜਲਦ ਹੀ ਭਾਰਤ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਤੀ ਤੌਰ ਤੇ ਵੀ ਇੱਕ ਮੰਗ ਪੱਤਰ ਜਿਹੜਾ ਉਹ ਦਿੱਤਾ ਜਾਊਗਾ, ਭੇਜਿਆ ਜਾਊਗਾ। ਉਸ ਦੇ ਨਾਲ ਹੀ ਇੱਕ ਵਫਦ ਵੀ ਭਵਿੱਖ ਵਿੱਚ ਜਲਦ ਹੀ ਕੋਸ਼ਿਸ਼ ਕਰੂਗਾ ਕਿ ਸ਼੍ਰੀ ਭਾਰਤ ਸਰਕਾਰ ਨੂੰ ਮਿਲ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਕਰੇ, ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੱਕ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਮੁੜ ਤੋਂ ਖੁੱਲੇ ਦਰਸ਼ਨ ਦੀਦਾਰ ਕਰ ਸਕਣ। ਕਿਉਂਕਿ ਹਰ ਸਿੱਖ ਦੀ, ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਦੀ, ਹਰ ਨਾਨਕ ਨਾਮ ਲੈਵਾ ਸੰਗਤ ਦੀ ਭਾਵਨਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਉਹ ਪਾਵਨ ਪਵਿੱਤਰ ਸਥਾਨ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 18 ਸਾਲ ਦਾ ਲੰਬਾ ਸਮਾਂ ਜਿਹੜਾ ਉੱਥੇ ਉਹ ਰਹੇ ਤੇ ਉਸ ਦੇ ਨਾਲ ਖੇਤੀ ਵੀ ਕੀਤੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੱਤਾ। ਤੇ ਉਸ ਸਥਾਨ ਦੇ ਦਰਸ਼ਨਾਂ ਲਈ ਹਰ ਸਿੱਖ ਰੋਜ਼ਾਨਾ ਸਵੇਰੇ ਸ਼ਾਮ ਅਰਦਾਸ ਵੀ ਕਰਦਾ ਹੈ। ਤੇ ਹੁਣ ਕਰੋਨਾ ਵਾਇਰਸ ਦੇ ਕਾਰਨ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਸੀ, ਤੇ ਹੁਣ ਜਦੋਂ ਜੋ ਲੋਕਡਾਊਨ ਅਨਲੌਕ ਫੇਜ਼ 5 ਦੇ ਤਹਿਤ ਮੁਕੰਮਲ ਲਗਭਗ ਸਾਰੀਆਂ ਪਾਬੰਦੀਆਂ ਜੋ ਹਟਾ ਦਿੱਤੀਆਂ ਗਈਆਂ, ਤੇ ਅਜਿਹੇ 'ਚ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਜਲਦ ਤੋਂ ਜਲਦ ਖੋਲ੍ਹਿਆ ਜਾਵੇ। ਤਾਂ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਵੱਲੋਂ ਲਾਈ ਹੋਈ ਸੇਵਾ ਜਿਹੜੀ ਹੈ ਉਹ ਸੰਪੰਨ ਕਰ ਦਿੱਤੀ ਹੈ। ਤਾਂ ਅਸੀਂ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਬੇਟੀ ਬੀਬੀ ਕੁਲਦੀਪ ਕੌਰ ਟੋੜਾ, ਮੈਂਬਰ ਸ਼੍ਰੋਮਣੀ ਕਮੇਟੀ ਅੰਤਰਿਮ ਕਮੇਟੀ ਨਾਲ ਵੀ ਗੱਲ ਕਰਾਂਗੇ। ਬੀਬੀ ਜੀ, ਕੀ ਕਹਿਣਾ ਚਾਹੋਗੇ ਅੱਜ ਸੇਵਾ ਜਿਹੜੀ ਸੰਪੰਨ ਹੋਈ ਹੈ? ਗੁਰੂ ਦੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਦੀ, ਜੋ ਸਾਨੂੰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਆਪਣੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਸੇਵਾ ਲਾਈ ਗਈ ਸੀ। ਗੁਰਦੁਆਰਾ ਗੁਰੂ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਦੀ ਸੇਵਾ ਸੀ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਦੀ ਸੇਵਾ ਸੀ। ਅੱਜ ਮਨ ਨੂੰ ਕਿੰਨੀ ਕੁ ਤਸੱਲੀ ਹੈ ਕਿ ਜੋ ਸੇਵਾ ਲਾਈ ਗਈ ਸੀ ਜਾਂ ਜੋ ਗਲਤੀ ਹੋਈ ਸੀਗੀ ਉਸ ਵੇਲੇ ਦੀ ਅੰਤਰਿਮ ਕਮੇਟੀ ਵੱਲੋਂ, ਉਹ ਸੇਵਾ ਜਿਹੜੀ ਹੈ ਸੰਪੰਨ ਹੋਈ ਹੈ? ਦੇਖੋ, ਮੈਂ ਤਾਂ ਇਹੀ ਕਹੂੰਗੀ ਕਿ ਪਰਮਾਤਮਾ ਸਾਨੂੰ ਮਾਫੀ ਦੇਵੇ। ਸਾਡੀ ਸੇਵਾ ਅਸੀਂ ਤਾਂ ਹੀ ਕਰ ਰਹੇ ਹਾਂ। ਕੋਈ ਵੀ ਇਨਸਾਨ ਜੋ ਵੀ ਕੋਈ ਕੰਮ ਕਰਦਾ ਹੈ, ਇਨਸਾਨ ਗਲਤੀਆਂ ਦਾ ਪੁਤਲਾ, ਹਰ ਇੱਕ ਤੋਂ ਗਲਤੀ ਹੋ ਸਕਦੀ ਹੈ। ਗਲਤੀਆਂ ਹੋਈਆਂ ਨੇ। ਜੋ 2016 ਦੇ ਵਿੱਚ ਘਟਨਾ ਵਾਪਰੀ, ਉਸ ਸਮੇਂ ਉਸ ਘਟਨਾ ਜੋ ਵਾਪਰੀ ਸਭ ਦੇ ਅੱਖਾਂ ਦੇ ਸਾਹਮਣੇ, ਉਸ ਦਾ ਪਛਤਾਵਾ ਨਾ ਕੀਤਾ ਗਿਆ। ਚਾਹੇ ਉਹ ਚਾਹੁੰਦੇ ਵੀ ਸੀ, ਫਿਰ ਵੀ ਉਹ ਕਰ ਨਹੀਂ ਸਕੇ। ਪਰ ਅੱਜ 5 ਸਾਲ ਤਕਰੀਬਨ ਹੋ ਗਏ, ਤੇ ਅੱਜ ਜੋ ਅਸੀਂ ਉਹ ਗਲਤੀ ਚਾਹੇ ਕਮੇਟੀ ਤੋਂ ਹੋਈ, ਚਾਹੇ ਸੰਗਤ ਤੋਂ ਹੋਈ, ਕਿਸੇ ਤੋਂ ਵੀ ਹੋਈ, ਮੁਲਾਜ਼ਮਾਂ ਤੋਂ ਹੋਈ, ਅੱਜ ਜੋ ਸਾਨੂੰ ਸੇਵਾ ਲਾਈ ਸਿੰਘ ਸਾਹਿਬ ਨੇ, ਉਹ ਸਾਰੀਆਂ ਗਲਤੀਆਂ ਦਾ ਪਛਤਾਵਾ ਕਰਨ ਲਈ 2 ਅਖੰਡ ਪਾਠ ਸਾਹਿਬ ਕਰਾਏ ਗਏ ਨੇ, ਤੇ ਜੋ ਝਾੜੂ ਦੀ ਸੇਵਾ ਲਾਈ ਗਈ ਹੈ ਉਹ ਅੱਜ ਸੰਪੂਰਨ ਹੋਣ ਜਾ ਰਹੀ ਹੈ। ਸੋ ਅਸੀਂ ਗੁਰੂ ਅੱਗੇ ਹੀ ਅਰਦਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਪਾਠਾਂ ਦੀ ਤੇ ਝਾੜੂ ਦੀ ਸੇਵਾ ਜੋ ਕੀਤੀ ਹੈ ਉਹ ਸਾਨੂੰ, ਸਾਡੀ ਸੇਵਾ ਪਰ ਵਾਹਿਗੁਰੂ ਮਨਜ਼ੂਰ ਕਰੇ ਤੇ ਸਾਨੂੰ ਮਾਫੀ ਦੇਵੇ। ਬਿਲਕੁਲ, ਮਾਫੀ ਦੇਣ ਦੀ ਗੱਲ ਤਾਂ ਕੀਤੀ ਜਾ ਰਹੀ ਬਾਂਗੇੜਾ ਸਾਹਿਬ, ਪਰ ਅੱਜ ਮੰਗ ਇਹ ਵੀ ਕੀਤੀ ਜਾ ਰਹੀ ਕਿ ਉਹ 328 ਸਰੂਪ ਜਿਹੜੇ ਰਿਕਾਰਡ ਦੇ ਵਿੱਚ ਘੱਟ ਪਾਏ ਗਏ ਨੇ, ਆਖਰ ਉਹ ਕਿੱਥੇ ਹੈ, ਉਹਨਾਂ ਬਾਰੇ ਕੀ ਪਤਾ ਕੀਤਾ ਜਾ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ 328 ਸਰੂਪ ਘਟੇ ਨੇ, ਉਹਦਾ ਰਿਕਾਰਡ ਕਮੇਟੀ ਦੇ ਕੋਲੇ ਨਹੀਂ ਰੱਖਿਆ। ਜਿਹਨੂੰ ਬੰਦਾ ਕਹਿੰਦਾ ਸੀ, ਕੋਈ ਸਕੱਤਰ ਕਹਿੰਦਾ ਸੀ, ਕੋਈ ਮੈਂਬਰ ਕਹਿੰਦਾ, ਜੁੰਬਰ ਸਾਥੀ ਕਹਿੰਦਾ ਸੀ ਸਰੂਪ ਦੇ ਦੇ, ਭੇਟਾ ਨਾਂ ਲੈ, ਰਜਿਸਟਰ ਲਾਉਂਦਾ ਬਕਾਇਦਾ ਨਾਂ ਲਿਖਦਾ, ਉਹਦਾ ਫੋਨ ਨੰਬਰ ਨੋਟ ਕਰਦਾ, ਅੱਜ ਦੱਸਦਾ ਵੀ ਆਹ ਇਹ ਸਰੂਪ ਨੇ ਫਰੀ ਦਵਾਏ ਨੇ, ਰੌਲਾ ਨਹੀਂ ਪੈਣਾ ਸੀ। ਉਸ ਬੰਦੇ ਨੇ ਜਾਣ ਬੁੱਝ ਕੇ ਹਰ ਸਾਲ ਦੇਖੋ 13 'ਚ ਉਹ ਕੰਮ ਕਰਨ ਲੱਗਿਆ, ਉਹ ਜਾ ਕੇ ਪਬਲੀਕੇਸ਼ਨ ਦੇ ਵਿੱਚ ਉੱਥੇ ਬੈਠਦਾ, ਉਹ ਪ੍ਰੈਸ ਦੇ ਵਿੱਚ ਉਹਨੇ ਹਰ ਸਾਲ 50-60 ਸਰੂਪਾਂ ਦੀ ਭੇਟਾ ਦੀ ਜੇਬ 'ਚ ਪਾਈ ਹੈ। ਉਹਨੂੰ ਲਾਲਚ ਵੱਧ ਗਿਆ। ਬਾਅਦ ਵਿੱਚ ਉਹਨੇ ਇਹ ਸਰੂਪਾਂ ਦੀ ਜੋ ਭੇਟਾ ਸੀ ਜਾਂ ਸਰੂਪ ਸੀ, ਹੁਣ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਲੇਜਰ ਛੇੜੇ ਗਿਆ, ਪਿੱਛਾ ਕੀਤਾ ਗਿਆ। 15 ਤੋਂ ਬਾਅਦ ਇੱਕ ਟੈਗ ਲਾਤਾ ਸੀ ਮਾਰੇ ਸਰੂਪਾਂ ਦੇ ਉੱਤੇ
ਟੈਗ ਦੇ ਵਿੱਚ ਵੀ ਉਹਨੇ ਜਿਵੇਂ 1 ਨੰਬਰ ਦੇਤਾ, 11 ਦੇਤਾ, 14 ਦੇਤਾ, 18 ਦੇਤਾ, 16 ਦੇਤਾ, ਐਂ ਦਿੰਦਾ ਰਿਹਾ ਉਹਨੇ ਬਹੁਤ ਵੱਡੀ ਰੱਜ ਕੇ ਗੁਰੂ ਮਹਾਰਾਜ ਨੇ ਬੇਈਮਾਨੀ ਕੀਤੀ ਹੈ ਤੇ ਉਸ ਨੇ ਜੋ ਸਰੂਪ ਦਿੱਤੇ ਨੇ ਉਹਨੂੰ ਆਪ ਨਹੀਂ ਪਤਾ ਮੈਂ ਕਿੱਥੇ ਦੇ ਬੈਠਾ। ਸਾਡੇ ਇਹ ਵੀ ਹੋ ਸਕਦਾ ਹੈ ਕਿ 2016 ਜੋ ਅੱਗ ਲੱਗਣ ਦੀ ਘਟਨਾ ਵਾਪਰੀ ਉਹ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਹੋਵੇ ਤਾਂ ਜੋ ਰਿਕਾਰਡ ਦੇ ਜੋ ਸਰੂਪ ਘੱਟ ਨੇ ਉਹ ਪੂਰੇ ਕੀਤੇ ਜਾ ਸਕਣ। ਹੋ ਸਕਦਾ ਹੈ, ਦੇਖੋ ਉਹ ਤਾਂ ਮਹਾਰਾਜ ਜਾਣਦਾ ਹੈ, ਜਾਂ ਜਿਹੜੇ ਉੱਥੇ ਬੰਦੇ ਬੈਠੇ ਸੀ ਜਾਂ ਉਹ ਕੰਮ ਕਰ ਰਹੇ ਸੀ ਉਹ ਜਾਣਦੇ ਨੇ। ਹਰੇਕ ਬੰਦਾ ਤਾਂ ਇਹ ਕੰਮ ਨਹੀਂ ਕਰ ਸਕਦਾ, ਦੁਸ਼ਟ ਬੰਦਾ ਇਹ ਕੰਮ ਕਰ ਸਕਦਾ ਹੈ, ਘਟਨਾ ਨੂੰ ਅੰਜਾਮ ਦੇ ਸਕਦਾ, ਕੋਈ ਪਾਪੀ ਨੂੰ ਦੇ ਸਕਦਾ ਹੈ। ਇਹ ਮਹਾਰਾਜ ਜਾਣਦਾ ਜੋ ਹੋਇਆ ਹੈ ਜਾਂ ਕੀਤਾ ਗਿਆ ਹੈ ਜਾਂ ਘਟਨਾ ਕੁਦਰਤ ਤੋਂ ਵਾਪਰੀ ਹੈ। ਹੁਣ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹੁਣ ਸੇਵਾ ਸੰਪੰਨ ਹੋ ਗਈ ਹੈ। ਸੇਵਾ ਸੰਪੰਨ ਹੋ ਗਈ ਹੈ। ਸਾਰੇ ਸਮੁੱਚੀ ਸ਼੍ਰੋਮਣੀ ਕਮੇਟੀ, ਐਗਜ਼ੈਕਟਿਵ ਕਮੇਟੀ ਦੇ ਜਿੰਨੇ ਮੈਂਬਰ ਨੇ, ਪ੍ਰਧਾਨ ਜੀ ਨੇ, ਉਸ ਟਾਈਮ ਤੇ ਪਛਤਾਪ ਨਹੀਂ ਹੋਇਆ। ਸਿੰਘ ਸਾਹਿਬ ਨੇ 16 ਵਾਲੀ ਕਮੇਟੀ ਨੂੰ ਤਲਬ ਕੀਤਾ। ਪ੍ਰਧਾਨ ਜੀ ਨੇ ਇੱਕ ਫੈਸਲਾ ਲਿਆ ਵੀ ਆਪਣੀ ਐਗਜ਼ੈਕਟਿਵ ਵੀ ਅਕਾਲ ਤਖਤ ਦੇ ਸਨਮੁਖ ਹੋਣਾ ਚਾਹੀਦਾ ਹੈ। ਸਨਮੁਖ ਹੋਣ ਤੋਂ ਬਾਅਦ ਜੋ ਸ਼੍ਰੀ ਅਕਾਲ ਤਖਤ ਜਥੇਦਾਰ ਨੇ ਸਾਨੂੰ ਆਦੇਸ਼ ਦਿੱਤਾ, ਅਸੀਂ ਬੜੀ ਖਿੜੇ ਮੱਥੇ ਪ੍ਰਵਾਨ ਕੀਤਾ, ਆਪਦੀ ਝੋਲੀ ਪਾਇਆ। 2 ਅਖੰਡ ਪਾਠ ਸਾਹਿਬ ਦੀ ਸੇਵਾ ਲਾਈ ਗਈ, ਉਹਨਾਂ ਦੇ ਅੱਜ ਭੋਗ ਪਾਏ ਗਏ ਨੇ। ਸਾਰਾ ਗੜੀ ਤੋਂ ਲੈ ਕੇ ਘੰਟਾ ਘਰ ਤੋਂ ਝੋੜੂ ਦੀ ਸੇਵਾ ਲਾਈ ਸੀ। ਜਿੰਨੇ ਐਗਜ਼ੈਕਟਿਵ ਦੇ ਮੈਂਬਰ ਨੇ ਬੜੀ ਤਨਦੇਹੀ ਨਾਲ ਨਿਭਾ ਕੇ ਬੜੇ ਖੁਸ਼ ਹੋਏ ਨੇ, ਬੜੀ ਸੰਤੁਸ਼ਟੀ ਹੋਈ ਹੈ। तो बिल्कुल संतुष्टि की गल की जा रही है, माफ़ी की गल की जा रही है, क्योंकि मामला श्री गुरु ग्रंथ साहब के पावन स्वरूपों का सी जो 19 मई 2016 ਨੂੰ शॉर्ट सर्किट के कारण पब्लिकेशन विभाग ਦੇ ਵਿੱਚ ਅੱਗ ਲੱਗਣ ਦੇ ਨਾਲ ਨੁਕਸਾਨੇ ਗਏ ਸਨ। ਉਸ ਤੋਂ ਬਾਅਦ ਅੱਗ ਬੁਝਾਉਣ ਦੇ ਯਤਨਾਂ ਵਜੋਂ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਪਾਣੀ ਨਾਲ ਵੀ ਕੁਝ ਸਰੂਪ ਜਿਹੜੇ ਨੁਕਸਾਨੇ ਗਏ ਸਨ। तो ਨੁਕਸਾਨੇ ਗਏ ਸਾਰੇ ਸਰੂਪਾਂ ਦਾ पावन पित्र स्थान श्री गोइंदवाल साहब विखे अंतिम संस्कार तो कर दिता गया सी, पर उस वेले दी अंतरिम कमेटी वालों कोई पश्चाताप नहीं किया गया सी, जिस दे चलदियां श्री अकाल तख्त साहब विखे पेश होकर पंच सिंह साहबान अगे पेश होकर मौजूदा अंतरिम कमेटी वालों नैतिकता के आधार पर अपनी भुल जिहड़ी है वो बख्शाउण की गल की गई सी, माफ़ी मंगी गई सी और उस तो बाद श्री अकाल तख्त साहब वालों सेवा लाई गई जो अज संपन्न होने जा रही है। तो तस्वीरां असीं विरासती मार्ग दीआं सचखंड श्री हरिमंदर साहब के घंटा घर प्रवेश द्वार के बाहर दी साझी कर रहे हैं, जिथे हुण समुची अंतरिम कमेटी गुरुद्वारा सारागढ़ी साहब तो जो सेवा आरंभ हुई सी इस वेले श्री दरबार साहब के बाहर पहुंच चुकी है। तो तीसरे और अखीरले दिन अज सेवा जिहड़ी है वो संपन्न हो चुकी है। और हुण क्योंकि माफ़ी की गल सी, क्योंकि श्री अकाल तख्त साहब की गल सी, तो श्री अकाल तख्त साहब के आदेश नूं खिड़े मत्थे प्रवान करदिआं मौजूदा अंतरिम कमेटी वालों श्रोमणी कमेटी प्रधान भाई गोबिंद सिंह लोंगोवाल, सीनियर मीत प्रधान साबका सीनियर मीत प्रधान भाई रजिंदर सिंह मेहता, जूनियर मीत प्रधान भाई गुरबख्श सिंह खालसा, जनरल सकत्तर एडवोकेट हरजिंदर सिंह धामी समेत समुची 15 मैंबरी अंतरिम कमेटी वालों श्री अकाल तख्त साहब के आदेश अनुसार जी सेवा है वो संपन्न की गई है। तो हुण सेवा संपूर्ण जी हो चुकी है। श्री अकाल तख्त साहब के आदेश अनुसार सारागढ़ी गुरुद्वारा साहब तो आरंभ हुई सेवा श्री सचखंड श्री हरिमंदर साहब के घंटा घर प्रवेश द्वार के बाहर पहुंच चुकी है। तो तस्वीर अपने दर्शकों दिखा रहे हैं अंतरिम कमेटी की विरासते इमारती जो सफाई सेवा तिनी सफाई सेवा जिहड़ी है वो हुण संपन्न हो गई है और जिस तरह दे नाल लगातार जो तमाम मैंबर ने गोबिंद सिंह लौंगोवाल की अगवाई दे विच इत्थे इस सेवा उन्हां वालों अज संपन्न की गई है। मैंने तुसीं बने रहना, तुहाडे तों होर भी जानकारी असीं लवांगे।